ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀ। ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ। ਪਿਆਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਕੁਝ ਦਿਨਾਂ ਤੋਂ ਜਿਵੇਂ ਅਸੀਂ ਸਾਰੇ ਚਾਹੇ ਉਹ ਖਬਰਾਂ ਪੜ੍ਹਦੇ ਹਾਂ ਜਾਂ ਖਬਰਾਂ ਸੁਣਦੇ ਹਾਂ ਜਾਂ ਫਿਰ ਸੋਸ਼ਲ ਮੀਡੀਆ ਦੇ ਨਾਲ ਜੁੜੇ ਹੋਏ ਹਾਂ, ਤੇ ਤਕਰੀਬਨ ਅਸੀਂ ਰੋਜ਼ ਪੜ੍ਹਨ ਦੇ ਵਿੱਚ, ਵੇਖਣ ਦੇ ਵਿੱਚ ਜਾਂ ਕਿਤੇ ਨਾ ਕਿਤੇ ਉਸ ਇੱਕ ਅਹਿਮ ਵਰਤਾਰੇ ਦਾ ਚਿੰਤਨ ਕਰਨ ਦੇ ਵਾਸਤੇ ਇੱਕ ਦੂਜੇ ਦੇ ਨਾਲ ਸ਼ਬਦਾਂ ਦੀ ਜ਼ਰੂਰ ਸਾਂਝ ਪਾ ਰਹੇ ਹਾਂ ਕਿ ਭਾਰਤੀ ਹਕੂਮਤ ਦੇ ਵੱਲੋਂ ਜਿਹੜੀ ਕਿਸਾਨੀ ਦੇ ਨਾਲ ਸੰਬੰਧਿਤ 3 ਆਰਡੀਨੈਂਸ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ। ਬੇਸ਼ੱਕ ਸਰਕਾਰ ਦੇ ਵੱਲੋਂ ਜਿਹੜੇ ਦਾਅਵੇ ਕੀਤੇ ਗਏ ਨੇ ਕਿ ਇਹਨਾਂ ਆਰਡੀਨੈਂਸ ਦੇ ਨਾਲ ਕਿਸਾਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ, ਪਰ ਜਿਹੜੇ ਕਿਸਾਨੀ ਦੇ ਖਦਸ਼ੇ ਨੇ ਜਾਂ ਜਿਹੜੇ ਇਸ ਆਰਡੀਨੈਂਸ ਦੇ ਵਿੱਚ ਜਿਹੜੇ ਲੂਪ ਹੋਲਸ ਰੱਖੇ ਗਏ ਨੇ, ਜਿਨ੍ਹਾਂ ਦੇ ਕਰਕੇ ਕਿਸਾਨ ਨੂੰ ਮਹਿਸੂਸ ਹੋ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਦਾ ਇਹ ਜਿਹੜਾ ਖੇਤੀਬਾੜੀ ਦਾ ਧੰਦਾ ਹੈ ਜਾਂ ਜਿਹੜੀ ਕਾਸ਼ਤਕਾਰੀ ਹੈ ਉਹ ਬਿਲਕੁਲ ਇੱਕ ਘਾਟੇਵੰਦ ਸੌਦਾ ਸਾਬਤ ਹੋਵੇਗੀ, ਤੇ ਮਜਬੂਰੀ ਦੇ ਵਿੱਚ ਸ਼ਾਇਦ ਉਸ ਨੂੰ ਉਹਦੇ ਪਹਿਲਾਂ ਵਾਲੇ ਜਿਹੜੇ ਹਾਲਾਤ ਨੇ ਉਹਦੇ ਤੋਂ ਵੀ ਆਰਥਿਕ ਤੌਰ ਤੇ ਨੀਵੇਂ ਪੱਧਰ ਤੇ ਜਾਣਾ ਪਵੇ ਤੇ ਉਸ ਨੂੰ ਬਿਲਕੁਲ ਘਸਿਆਰਾ ਜਿਹਾ ਬਣਾ ਦਿੱਤਾ ਜਾਵੇ। ਹੁਣ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਦਾ ਇੱਕ ਬਹੁਤ ਵੱਡਾ ਵਰਗ ਜਿਹੜਾ ਹੈ ਉਹ ਕਾਸ਼ਤਕਾਰੀ ਦੇ ਨਾਲ, ਖੇਤੀ ਦੇ ਨਾਲ ਤੇ ਖੇਤੀ ਮਜ਼ਦੂਰੀ ਦੇ ਨਾਲ ਤੇ ਖੇਤੀ ਦੀ ਉਪਜ ਦੇ ਵਿੱਚੋਂ ਜਿਹੜੇ ਪੈਦਾ ਹੋਏ ਜਿਹੜੀ ਸਾਡੀਆਂ ਜਿਨਸਾਂ ਨੇ ਉਹਦੇ ਉੱਪਰ ਆਧਾਰਿਤ ਹੈ। ਉਹ ਚਾਹੇ ਕਿਸਾਨ ਜੋ ਕਾਸ਼ਤ ਕਰਦਾ ਹੈ, ਉਹਦੇ ਨਾਲ ਉਹਦਾ ਭਰਾ ਬਣ ਕੇ ਹੱਥ ਵੰਡਾਉਣ ਵਾਲਾ ਉਸਦਾ ਮਜ਼ਦੂਰ, ਤੇ ਉਸ ਤੋਂ ਬਾਅਦ ਆੜਤੀਆ ਵਰਗ। ਬੇਸ਼ੱਕ ਕਿ ਉਹਦੇ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਵੇਖਣ ਨੂੰ, ਸੁਣਨ ਨੂੰ ਜਾਂ ਸਮਾਜ 'ਚ ਸਾਡੇ ਸਾਹਮਣੇ ਆਉਂਦੀਆਂ ਨੇ, ਪਰ ਅੱਜ ਮੇਰੇ ਖਿਆਲ ਦੇ ਨਾਲ ਅਸੀਂ ਇਸ ਗੱਲ ਨੂੰ ਜ਼ਰੂਰ ਵਾਚਾਂਗੇ ਕਿ ਕਿਸੇ ਵੀ ਖਿੱਤੇ ਦੇ ਵਿੱਚ ਜੋ ਉਸ ਖਿੱਤੇ ਦਾ ਜਿਹੜਾ ਮੂਲ ਆਰਥਿਕ ਸਰੋਤ ਹੁੰਦਾ ਹੈ, ਜੇਕਰ ਉਹਦੀ ਬਰਬਾਦੀ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਉਸ ਖਿੱਤੇ ਦੇ ਜਿਹੜੇ ਲੋਕ ਨੇ ਉਹਨਾਂ ਦਾ ਸੱਭਿਆਚਾਰ ਤੇ ਉਹਨਾਂ ਦਾ ਧਰਮ ਜਿਹੜਾ ਹੈ ਉਹ ਵੀ ਵਿਨਾਸ਼ ਦੇ ਰਾਹ ਤੇ ਤੁਰ ਪੈਂਦਾ ਹੈ। ਕਿਉਂਕਿ ਅਕਸਰ ਜੇਕਰ ਪੰਜਾਬ ਦੇ ਖਿੱਤੇ ਦੇ ਵਿੱਚ ਜ਼ਰਾਇਤੀ ਖੇਤਰ ਦੇ ਨਾਲ ਸੰਬੰਧਿਤ ਕਿੱਤਿਆਂ ਦਾ ਨੁਕਸਾਨ ਹੁੰਦਾ ਹੈ ਤਾਂ ਡੈਸਪੀਰੇਸ਼ਨ ਹੋਵੇਗੀ, ਨੌਜਵਾਨ ਵਿਦੇਸ਼ਾਂ 'ਚ ਜਾਵੇਗਾ, ਸ਼ਹਿਰਾਂ ਦੇ ਵਿੱਚ ਕੰਮ ਵਾਸਤੇ ਜਾਵੇਗਾ। ਤਾਂ ਇਹ ਕੁਦਰਤੀ ਵਰਤਾਰਾ ਹੈ ਕਿ ਚਾਹੇ ਅਸੀਂ ਦੇਸ਼ ਦੇ ਵਿੱਚ ਹੋਈਏ ਜਿਹੜਾ ਜਿੱਥੇ ਸਾਡੀ ਖਿੱਤੇ ਦੇ ਸੱਭਿਆਚਾਰ ਪ੍ਰਫੁੱਲਤ ਨਾ ਹੋ ਰਿਹਾ ਹੋਵੇ, ਚਾਹੇ ਅਸੀਂ ਵਿਦੇਸ਼ ਦੇ ਵਿੱਚ ਹੋਈਏ, ਇੱਕ ਨਹੀਂ ਤਾਂ ਦੂਜੀ ਪੀੜ੍ਹੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਉਸ ਸਥਾਨ ਦੇ ਸੱਭਿਆਚਾਰ ਨੂੰ ਤੇ ਉਹਨਾਂ ਰੀਤੀ ਰਿਵਾਜਾਂ ਨੂੰ ਅਪਣਾ ਲੈਂਦੀ ਹੈ ਜਿੱਥੇ ਉਹ ਰਹਿ ਰਿਹਾ ਹੁੰਦਾ ਹੈ। ਭਾਵ ਕਿ ਜਦੋਂ ਉਹ ਕਰਮ ਭੂਮੀ ਤੋਂ ਦੂਰ ਜਾ ਕੇ ਕਿਸੇ ਹੋਰ ਜਗ੍ਹਾ ਦੇ ਉੱਪਰ ਆਪਣੇ ਨਿਰਵਾਹ ਦੇ ਵਾਸਤੇ ਜਿਹੜਾ ਕਰਮ ਕਰ ਰਿਹਾ ਹੁੰਦਾ ਹੈ, ਉਸ ਇਲਾਕੇ ਦੇ ਲੋਕਾਂ ਦੇ ਸੱਭਿਆਚਾਰ ਦਾ, ਰੀਤੀ ਰਿਵਾਜਾਂ ਦਾ, ਪਰੰਪਰਾਵਾਂ ਦਾ, ਤਿਉਹਾਰਾਂ ਦਾ ਉਸ ਦੇ ਉੱਪਰ ਜ਼ਰੂਰ ਅਸਰ ਪੈਂਦਾ ਹੈ। ਔਰ ਪਿਛਲੇ ਸਮੇਂ ਦੇ ਵਿੱਚ ਅਸੀਂ ਇਸ ਨੂੰ ਬਹੁਤ ਵੱਡੇ ਪੱਧਰ ਦੇ ਵਿੱਚ ਵੇਖਿਆ ਹੈ। ਸੋ ਇਹ ਜਿਹੜੇ 3 ਆਰਡੀਨੈਂਸ ਨੇ, ਅੱਜ ਉਹਨਾਂ ਦੇ ਵਿੱਚੋਂ ਇੱਕ ਆਰਡੀਨੈਂਸ ਨੂੰ ਬੜੇ ਪਿਆਰ ਦੇ ਨਾਲ ਵਿਸਥਾਰ ਦੇ ਵਿੱਚ ਸਮਝਣ ਦਾ ਯਤਨ ਜ਼ਰੂਰ ਕਰਾਂਗੇ। ਉਹ ਆਰਡੀਨੈਂਸ ਹੈ ਕਿ ਫਾਰਮਰ ਪ੍ਰੋਡਿਊਸ ਟ੍ਰੇਡ ਐਂਡ ਈ ਕਮਰਸ ਆਰਡੀਨੈਂਸ 2020। ਪੰਜਾਬੀ ਦੇ ਵਿੱਚ ਜਿਸ ਨੂੰ ਕਿਹਾ ਜਾਂਦਾ ਹੈ ਕਿ ਕਿਸਾਨ ਦੇ ਵੱਲੋਂ ਪੈਦਾ ਕੀਤੀ ਗਈ ਉਪਜ ਜਾਂ ਜਿਣਸ, ਉਸ ਦਾ ਵਪਾਰ ਤੇ ਉਸ ਦੀ ਜਿਹੜੀ ਸੰਭਾਲ ਜਾਂ ਫਿਰ ਉਸ ਦੇ ਵਪਾਰਕ ਜਿਹੜੇ ਕਹਿ ਸਕਦੇ ਹੋ ਕਿ ਅਸਥਾਨ ਨਿਯਤ ਕੀਤੇ ਗਏ ਨੇ, ਉਹਦੇ ਬਾਰੇ ਜਿਹੜਾ ਨਿਯਮ ਜਿਹੜਾ ਉਹ ਬਣਾਇਆ ਗਿਆ। ਸਰਕਾਰ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਜਿਹੜੇ ਕਾਰਪੋਰੇਟ ਸੈਕਸ਼ਨ ਨੇ, ਜਿਹੜੇ ਨਿੱਜੀ ਅਦਾਰੇ ਨੇ, ਜਿਹੜੇ ਨਿੱਜੀ ਵਿੱਤੀ ਅਦਾਰੇ ਨੇ, ਜਾਂ ਫਿਰ ਤੁਸੀਂ ਕਹਿ ਸਕਦੇ ਹੋ ਕਿ ਨਿੱਜੀ ਵਪਾਰਕ ਕੰਪਨੀਆਂ ਹੈ ਤੇ ਜਾਂ ਫਿਰ ਵੱਡੇ ਪੂੰਜੀਵਾਦੀ ਘਰਾਣੇ ਨੇ, ਉਹਨਾਂ ਦੀ ਜਦੋਂ ਸਿੱਧੇ ਤੌਰ ਤੇ ਕਿਸਾਨਾਂ ਦੀ ਖਰੀਦ ਦੇ ਵਾਸਤੇ ਮੰਡੀ ਦੇ ਵਿੱਚ ਆਮਦ ਹੋਵੇਗੀ ਤਾਂ ਮੁਕਾਬਲੇਬਾਜ਼ੀ ਜਿਹੜੀ ਹੈ ਉਹ ਵਧੇਗੀ, ਤੇ ਇਸ ਮੁਕਾਬਲੇਬਾਜ਼ੀ ਜਿਹੜੀ ਕਿ ਖਰੀਦਦਾਰਾਂ ਦੀ ਮੁਕਾਬਲੇਬਾਜ਼ੀ ਹੋਵੇਗੀ। ਇਹ ਪੱਖ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਕਿ ਜਿਹੜੀ ਖਰੀਦਦਾਰਾਂ ਦੀ ਮੁਕਾਬਲੇਬਾਜ਼ੀ ਹੋਵੇਗੀ ਉਸ ਦੇ ਨਾਲ ਜਿਹੜਾ ਕਿਸਾਨ ਹੈ ਉਸ ਦੀ ਜਿਹੜੀ ਜਿਣਸ ਹੈ, ਜਿਹੜੀ ਉਸ ਦੀ ਉਪਜ ਹੈ, ਉਸ ਨੂੰ ਵੱਧ ਭਾਅ ਮਿਲੇਗਾ ਮੁਕਾਬਲੇਬਾਜ਼ੀ ਦੀ ਇਸ ਵਪਾਰਕ ਨੀਤੀ ਦੇ ਵਿੱਚ। ਪਰ ਸਮੱਸਿਆ ਤਾਂ ਇਹ ਹੈ ਕਿ ਬਹੁਤ ਸਾਰੇ ਵੱਡੇ ਵੱਡੇ ਦੇਸ਼ਾਂ ਦੇ ਵਿੱਚ ਵੀ ਇਹ ਜਿਹੜਾ ਮਾਡਲ ਸੀ ਇਹ ਇੰਨਾ ਜ਼ਿਆਦਾ ਕਾਮਯਾਬ ਨਹੀਂ ਹੋ ਸਕਿਆ।
ਜੇ ਅਮਰੀਕਾ ਜਾਂ ਹੋਰ ਵੱਡੇ ਦੇਸ਼ਾਂ ਦੇ ਵਿੱਚ ਜੇ ਕਿਸਾਨ ਜਿਹੜਾ ਹੈ ਉਹ ਸਰਵਾਈਵ ਕਰ ਰਿਹਾ ਹੈ, ਕਿਤੇ ਨਾ ਕਿਤੇ ਉਹ ਆਪਣਾ ਨਿਰਵਾਹ ਕਰ ਰਿਹਾ ਹੈ, ਤੇ ਉਹਦਾ ਇੱਕ ਕਾਰਨ ਹੈ ਕਿ ਇੱਕ ਤਾਂ ਉੱਥੋਂ ਦੀ ਬਿਊਰੋਕ੍ਰੇਸੀ ਤੋਂ ਲੈ ਕੇ ਸਰਕਾਰ ਤੱਕ ਕਿਤੇ ਨਾ ਕਿਤੇ ਇੱਕ ਇਮਾਨਦਾਰ ਢਾਂਚਾ ਹੈ, ਔਰ ਦੂਸਰੀ ਗੱਲ ਹੈ ਕਿ ਸਰਕਾਰ ਦੇ ਵੱਲੋਂ ਬਹੁਤ ਸਾਰੇ ਵੱਡੇ ਇਵਜ਼ਾਨੀ ਦੇ ਰੂਪ ਦੇ ਵਿੱਚ ਉਸ ਨੂੰ ਮਦਦ ਦਿੱਤੀ ਜਾਂਦੀ ਹੈ, ਜਿਹੜੀ ਕਿ ਅਰਬਾਂ ਖਰਬਾਂ ਡਾਲਰਾਂ ਦੇ ਵਿੱਚ ਹੁੰਦੀ ਹੈ, ਕਿ ਕਿਸਾਨ ਜਿਹੜਾ ਹੈ ਉਸ ਖਿੱਤੇ ਦੇ ਨਾਲ, ਉਸ ਆਪਣੇ ਕਹਿ ਸਕਦੇ ਹੋ ਕਿ ਉਪਜ ਦੇ ਨਾਲ, ਜਿਣਸ ਦੇ ਨਾਲ, ਜਾਂ ਫਿਰ ਆਪਣੇ ਕਿੱਤੇ ਦੇ ਨਾਲ ਜਿਹੜਾ ਉਹ ਜੁੜਿਆ ਰਹਿ ਸਕੇ। ਪਰ ਜੋ ਕੁਝ ਸਾਡੇ ਦੇਸ਼ ਦੇ ਵਿੱਚ ਹਾਲ ਹੈ, ਮੈਨੂੰ ਨਹੀਂ ਲੱਗਦਾ ਕਿ ਕਿਸਾਨ ਜਿਹੜੇ ਨੇ ਇਸ ਖੁੱਲੀ ਮੰਡੀ ਦੇ ਵਿੱਚ ਆਪਣੀ ਮੁਕਾਬਲੇਬਾਜ਼ੀ ਦੀ ਇਸ ਦੌੜ ਦੇ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕਣਗੇ। ਉਹਦੇ ਕੁਝ ਕਾਰਨ ਨੇ। ਪਹਿਲੀ ਗੱਲ ਤਾਂ ਇਹ ਹੈ ਕਿ ਤਕਰੀਬਨ 85% ਤੋਂ ਉੱਪਰ ਕਿਸਾਨ ਉਹ ਹੈ ਜਿਸ ਦੇ ਕੋਲ ਜ਼ਮੀਨੀ ਜਾਂ ਜ਼ਰਾਇਤੀ ਖੇਤਰ ਜਿਹੜਾ ਉਹ ਬਹੁਤ ਹੀ ਥੋੜ੍ਹਾ ਹੈ, ਤਕਰੀਬਨ 5 ਏਕੜ ਤੱਕ। ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਮੁਕਾਬਲੇਬਾਜ਼ੀ ਤੱਕ ਉਹਨਾਂ ਵਿਚਾਰਿਆਂ ਨੇ ਕਿੰਨਾ ਆਉਣਾ ਹੈ, ਇਹ ਤਾਂ ਇੱਥੋਂ ਹਿਸਾਬ ਲਾ ਲਵੋ ਕਿ ਜਿਹੜੀਆਂ ਸਰਕਾਰ ਦੇ ਵੱਲੋਂ ਦੇਸ਼ ਦੇ ਵਿੱਚ 7000 ਮੰਡੀਆਂ ਨੇ, ਸਾਰੇ ਕਿਸਾਨ ਤਾਂ ਉਹਨਾਂ ਮੰਡੀਆਂ ਦੇ ਵਿੱਚ ਵੀ ਜਿਣਸ ਲੈ ਕੇ ਪਹੁੰਚਣ ਦੀ ਸਮਰੱਥਾ ਜਿਹੜੀ ਹੈ ਉਹ ਨਹੀਂ ਰੱਖਦੀ। ਦੂਸਰੀ ਗੱਲ ਸਰਕਾਰ ਦੇ ਵੱਲੋਂ ਕਹੀ ਗਈ ਹੈ ਕਿ ਜਿਹੜੀਆਂ ਇਹ ਨਿੱਜੀ ਕੰਪਨੀਆਂ ਜਾਂ ਜਿਹੜਾ ਇਹ ਕਾਰਪੋਰੇਟ ਘਰਾਣੇ ਜਿਹੜੇ ਨੇ, ਜਿਹੜੇ ਪੂੰਜੀਪਤੀ ਨੇ ਤੇ ਪੂੰਜੀਵਾਦੀ ਲੋਕ ਨੇ, ਜਦੋਂ ਉਹ ਆ ਕੇ ਕਿਸਾਨਾਂ ਦੀ ਜਿਣਸ ਦੀ ਸਿੱਧੀ ਖਰੀਦ ਕਰਨਗੇ, ਤੇ ਜੇਕਰ ਕਿਸਾਨ ਦਾ ਉਹਨਾਂ ਦੇ ਨਾਲ ਆਪਣੀ ਜਿਣਸ ਦਾ ਸੌਦਾ ਤੈਅ ਹੋ ਜਾਂਦਾ ਹੈ, ਤਾਂ ਸੌਦਾ ਤੈਅ ਹੋਣ ਤੋਂ ਬਾਅਦ 3 ਦਿਨਾਂ ਦੇ ਵਿੱਚ ਉਹਨਾਂ ਨੂੰ ਜਿਹੜੀ ਉਪਜ ਹੈ ਉਸ ਨੂੰ ਚੁੱਕਣਾ ਪਵੇਗਾ। ਜੇਕਰ ਉਹਦੇ ਦੌਰਾਨ ਉਹਨਾਂ ਦੇ ਵਿੱਚ ਕੋਈ ਝਗੜਾ ਜਾਂ ਡਿਸਪਿਊਟ ਪੈਦਾ ਹੋ ਜਾਂਦਾ ਹੈ, ਤੇ ਫਿਰ ਉਹਦੇ ਵਿੱਚ ਜਿਹੜੀ ਵਿਚੋਲੇ ਦੀ ਭੂਮਿਕਾ ਉਹ SDM ਨਿਭਾਵੇਗਾ, ਤੇ 30 ਦਿਨਾਂ ਦੇ ਵਿੱਚ ਉਸ ਝਗੜੇ ਨੂੰ ਸੈੱਟ ਕਰਨਾ ਪਵੇਗਾ। ਤੇ ਜੇਕਰ ਇਸ ਦੇ ਬਾਵਜੂਦ ਵੀ ਕਿਸਾਨ ਦੇ ਵਿੱਚ, ਭਾਵ ਕਿ ਵੇਚਣ ਵਾਲੇ ਦੇ ਵਿੱਚ, ਖਰੀਦਦਾਰੇ ਦੇ ਵਿੱਚ, ਤੇ ਜਿਹੜਾ ਬਿਊਰੋਕਰੇਟ ਹੈ, ਜਿਹੜਾ SDM ਹੈ, ਇਹਨਾਂ ਦੇ ਬਹਿ ਕੇ ਇਕੱਠੇ 3 ਦੇ ਉੱਪਰ ਵੀ ਮਸਲਾ ਖਤਮ ਨਹੀਂ ਹੁੰਦਾ, ਤੇ ਫਿਰ ਉਸ ਨੂੰ ਜ਼ਿਲ੍ਹਾ ਅਧਿਕਾਰੀ ਤੱਕ, ਭਾਵ ਕਿ ਡਿਪਟੀ ਕਲੈਕਟਰ ਜਾਂ ਡਿਸਟ੍ਰਿਕਟ ਕਲੈਕਟਰ ਜਾਂ ਡਿਪਟੀ ਕਮਿਸ਼ਨਰ, ਇਹਨਾਂ ਤੱਕ ਲਿਜਾਇਆ ਜਾ ਸਕਦਾ ਹੈ। ਪਰ ਸਭ ਤੋਂ ਅਹਿਮ ਮੱਦ ਜਿਹੜੀ ਇਸ ਆਰਡੀਨੈਂਸ ਦੀ ਹੈ ਕਿ ਤੁਸੀਂ ਅਦਾਲਤ ਦੇ ਵਿੱਚ ਇਨਸਾਫ ਲੈਣ ਵਾਸਤੇ ਨਹੀਂ ਜਾ ਸਕਦੇ। ਹੁਣ ਦੂਸਰੀ ਗੱਲ, ਬੇਸ਼ੱਕ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਹੈ, ਜਿਸ ਨੂੰ ਮਿਨੀਮਮ ਸਪੋਰਟਿੰਗ ਪ੍ਰਾਈਸ ਦਾ ਨਾਮ ਦਿੱਤਾ ਜਾਂਦਾ, MSP, ਕਿ ਉਹ ਜਿਹੜਾ ਉਹ ਜਾਰੀ ਰਹੇਗਾ। ਪਰ ਉਹ ਤਾਂ ਜਾਰੀ ਰਹਿ ਸਕਦਾ ਹੈ ਕਿ ਜੇਕਰ ਐਗਰੀਕਲਚਰ ਪ੍ਰੋਡਿਊਸ ਮਾਰਕੀਟਿੰਗ ਕਮੇਟੀ ਐਕਟ ਜਿਹੜਾ ਹੈ, ਜੇਕਰ ਉਹ ਜਿਉਂਦਾ ਰਹਿ ਸਕੇ, ਪਰ ਉਸ ਦਾ ਹੌਲੀ ਹੌਲੀ ਭੋਗ ਪੈ ਜਾਵੇਗਾ। ਬੇਸ਼ੱਕ ਸਰਕਾਰ ਦੇ ਵੱਲੋਂ ਕਿਹਾ ਗਿਆ ਹੈ ਕਿ ਉਹ ਜਿਹੜੀ ਖਰੀਦ ਹੈ ਤੇ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਹੈ ਉਹ ਦਿੱਤਾ ਜਾਵੇਗਾ, ਪਰ ਉਸ ਦੀ ਕਿਸੇ ਤਰ੍ਹਾਂ ਦੀ ਕੋਈ ਸੁਰੱਖਿਆ ਦੀ ਗਰੰਟੀ ਕਿਸਾਨਾਂ ਨੂੰ ਨਹੀਂ ਦਿੱਤੀ ਗਈ। ਔਰ ਬਹੁਤ ਥਾਵਾਂ ਦੇ ਉੱਪਰ ਇਹ ਜਿਹੜਾ ਐਗਰੀਕਲਚਰ ਪ੍ਰੋਡਿਊਸ ਮਾਰਕੀਟਿੰਗ ਕਮੇਟੀ ਐਕਟ ਸੀ ਜਿਹੜਾ, ਉਹ ਜਿੱਥੇ ਜਿੱਥੇ ਵੀ ਜਿਸ ਸੂਬੇ ਦੇ ਵਿੱਚ ਖਤਮ ਹੋਇਆ, ਉਹਨਾਂ ਖੇਤਰਾਂ ਦੇ ਵਿੱਚ ਜਾਂ ਉਹਨਾਂ ਸੂਬਿਆਂ ਦੇ ਵਿੱਚ ਕਿਸਾਨੀ ਦਾ ਬਹੁਤ ਬੁਰਾ ਹਾਲ ਹੋਇਆ, ਜਿਸ ਦੇ ਕਈ ਤਜਰਬੇ ਕਈ ਸੂਬਿਆਂ 'ਚ ਜਿਹੜੇ ਕਰਕੇ ਵੇਖੇ ਗਏ ਨੇ। ਕਿਸਾਨ ਨੂੰ ਉੱਥੇ ਉੱਜੜਨਾ ਪਿਆ। ਕਿਤੇ ਨਾ ਕਿਤੇ ਸਰਕਾਰ ਦੀ ਇੱਕ ਨੀਤੀ ਇਹ ਵੀ ਹੈ ਕਿ ਜ਼ਰਾਇਤੀ ਖੇਤਰ ਦਾ ਇਹ ਜਿਹੜਾ ਵੱਡਾ ਸਾਧਨ ਹੈ, ਉਹ ਸਾਰਾ ਕੁਝ ਵਿੱਤੀ ਘਰਾਣਿਆਂ ਦੇ, ਜਿਹੜੇ ਅਮੀਰ ਘਰਾਣੇ ਨੇ, ਜਿਹੜੇ ਪੂੰਜੀਪਤੀ ਘਰਾਣੇ ਨੇ, ਉਹਨਾਂ ਦੇ ਅਧੀਨ ਆ ਜਾਵੇ, ਤੇ ਜਿਹੜਾ ਛੋਟਾ ਕਿਸਾਨ ਹੈ ਉਹ ਮਜ਼ਦੂਰੀ ਕਰਨ ਦੇ ਵਾਸਤੇ ਮਜਬੂਰ ਹੋ ਜਾਵੇਗਾ। ਇਹਦੇ ਕਈ ਪੱਖ ਨੇ। ਪਹਿਲੀ ਗੱਲ ਤਾਂ ਇਹ ਹੈ ਕਿ ਜਿਸ ਵੇਲੇ ਪੰਜਾਬ ਦੇ ਕਿਸਾਨ ਨੇ ਬਹੁਤ ਮਿਹਨਤ ਕਰਕੇ ਹਿੰਦੁਸਤਾਨ ਦੇ ਲੋਕਾਂ ਦਾ ਪੇਟ ਭਰਿਆ, ਤੇ ਜਿਹੜੇ ਐਕਟ ਜਿਹੜਾ ਬਣਿਆ ਸੀਗਾ, ਜਿਹੜੀਆਂ ਇਸ ਐਕਟ ਦੀਆਂ ਧਾਰਾਵਾਂ ਸੀ ਕਿ ਕਿਸਾਨ ਨੂੰ ਘੱਟੋ ਘੱਟ ਜਿਹੜਾ ਸਮਰਥਨ ਮੁੱਲ ਹੈ ਉਹ ਮਿਲਣਾ ਚਾਹੀਦਾ ਹੈ, ਤੇ ਕਿਸਾਨ ਦੀ ਜਿਹੜੀ ਉਪਜ ਹੈ ਉਸ ਦੀ ਖਰੀਦ ਜਿਹੜੀ ਹੈ ਉਹਦੇ ਵਾਸਤੇ ਜਿਹੜਾ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ ਐਕਟ ਬਣਾਇਆ ਗਿਆ ਸੀ, ਉਹਦੇ ਅਧੀਨ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਸੀ, ਉਹਦੇ ਆਧਾਰ ਦੇ ਉੱਪਰ ਜਿਹੜੀਆਂ ਜਿਣਸਾਂ ਚੁੱਕੀਆਂ ਜਾਂਦੀਆਂ ਸੀ। ਹੌਲੀ ਹੌਲੀ ਇਹ ਜਿਹੜਾ APMC ਔਰ ਇਹਦੇ ਨਾਲ ਹੀ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ, ਜਿਹੜੀ ਕਹਿੰਦੇ ਕਿ ਘੱਟੋ ਘੱਟ ਜਿਹੜੀ ਫਸਲ ਦੀ ਤੈਅ ਕੀਤੀ ਜਿਹੜੀ ਕੀਮਤ ਹੈ, ਉਹ ਸਾਰਾ ਜਿਹੜਾ ਸਿਸਟਮ ਖਤਮ ਹੋ ਜਾਵੇਗਾ। ਹੁਣ ਇਹਦਾ ਨੁਕਸਾਨ ਕੀ ਹੋਵੇਗਾ? ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਬਹੁਤ ਵੱਡੇ ਕਾਰਪੋਰੇਟ ਘਰਾਣੇ ਇਸ ਖਰੀਦ ਦੇ ਖੇਤਰ ਦੇ ਵਿੱਚ ਆ ਜਾਣਗੇ, ਤੇ ਜਿਹੜਾ ਛੋਟਾ ਕਿਸਾਨ ਹੈ
ਉਹ ਜਿਸ ਮੁੱਲ ਦੇ ਉੱਪਰ ਆਪਣੀ ਵਸਤ ਵੇਚਣਾ ਚਾਹੁੰਦਾ ਹੈ ਉਹ ਉਸ ਮੁੱਲ ਦੇ ਉੱਪਰ ਵਸਤ ਨਹੀਂ ਵੇਚ ਸਕੇਗਾ। ਤੇ ਜਦੋਂ ਜਿਹੜਾ ਘੱਟ ਤੋਂ ਘੱਟ ਖਰੀਦਣ ਦਾ ਜਿਹੜਾ ਮੁੱਲ ਹੈ, ਜਿਸ ਨੂੰ ਅਸੀਂ ਮਿਨੀਮਮ ਸਪੋਰਟਿੰਗ ਪ੍ਰਾਈਸ ਕਹਿੰਦੇ ਹਾਂ, ਜਦੋਂ ਉਹ ਆਧਾਰ ਖਤਮ ਹੋ ਜਾਵੇਗਾ ਤਾਂ ਜਿਹੜਾ ਨਿੱਜੀਕਰਨ ਦੇ ਵਿੱਚ ਜਾਂ ਜਿਹੜਾ ਪੂੰਜੀਵਾਦੀ ਜਾਂ ਜਿਹੜਾ ਕਾਰਪੋਰੇਟ ਸੈਕਸ਼ਨ ਜਿਹੜਾ ਕਿਸਾਨਾਂ ਦੀਆਂ ਫਸਲਾਂ ਖਰੀਦਣਾ ਚਾਹੁੰਦਾ ਹੈ ਉਹ ਆਪਣੀ ਮਰਜ਼ੀ ਦੇ ਮੁੱਲ ਤੈਅ ਕਰੇਗਾ। ਬੇਸ਼ੱਕ ਸਰਕਾਰ ਕਹਿੰਦੀ ਹੈ ਕਿ MCP ਜਿਹੜਾ MSP ਰਵੇਗਾ, ਪਰ ਉਹਦੀ ਕੋਈ ਗਰੰਟੀ ਨਹੀਂ ਹੈ। ਔਰ ਜੇ ਰਵੇ ਵੀ, ਹੁਣ ਮੈਂ ਤੁਹਾਨੂੰ ਇੱਕ ਮੱਧ ਪ੍ਰਦੇਸ਼ ਦੀ ਉਦਾਹਰਨ ਦੇਣੀ ਚਾਹੁੰਦਾ ਕਿ ਮੱਧ ਪ੍ਰਦੇਸ਼ ਦੇ ਵਿੱਚ ਜਿਹੜੀ ਮੱਕੀ ਦਾ ਜਿਹੜਾ ਲਾਗਤ ਮੁੱਲ ਹੈ ਤਕਰੀਬਨ 1250 ਰੁਪਈਆ ਜਿਹੜਾ ਸੀ ਉਹ ਤੈਅ ਕੀਤਾ ਗਿਆ ਲਾਗਤ ਮੁੱਲ। ਤੇ ਉਸ ਤੋਂ ਬਾਅਦ ਜਿਹੜਾ ਘੱਟੋ ਘੱਟ ਸਪੋਰਟਿੰਗ ਪ੍ਰਾਈਸ ਸੀਗਾ, ਜਿਹੜਾ MSP ਸੀ, ਮਿਨੀਮਮ ਸਪੋਰਟਿੰਗ ਪ੍ਰਾਈਸ ਜਿਹੜਾ ਸੀਗਾ, ਉਹ ਰੱਖਿਆ ਗਿਆ ਕਿ 1850 ਰੁਪਈਆ ਜੇਕਰ ਕਿਸਾਨ ਨੂੰ ਪਰ ਕੁਇੰਟਲ ਦਿੱਤਾ ਜਾਵੇ ਤੇ ਜਿਹੜਾ ਕਿਸਾਨ ਹੈ ਉਹਦੀ ਜਿਹੜੀ ਲਾਗਤ ਹੈ ਉਹ ਪੂਰੀ ਹੋ ਸਕਦੀ ਹੈ। ਪਰ ਹੋਇਆ ਇਸ ਦੇ ਉਲਟ, ਕਿਉਂਕਿ ਉੱਥੇ ਜਿਹੜਾ AP ਜਿਹਨੂੰ ਅਸੀਂ ਕਹਿੰਦੇ ਐਗਰੀਕਲਚਰ ਪ੍ਰੋਡਿਊਸ ਮਾਰਕੀਟ ਕਮੇਟੀ ਐਕਟ ਨਾ ਹੋਣ ਕਰਕੇ ਜਿਹੜੀਆਂ ਨਿੱਜੀ ਕੰਪਨੀਆਂ ਸੀ ਉਹਨਾਂ ਨੇ ਕਿਸਾਨਾਂ ਦੀ ਜਿਹੜੀ ਮੱਕੀ ਹੈ ਉਹ 1000 ਤੋਂ ਲੈ ਕੇ 1100 ਰੁਪਏ ਦੇ ਵਿੱਚ ਖਰੀਦੀ। ਤੇ ਜੇਕਰ ਉਹ ਨਹੀਂ ਵੀ ਖਰੀਦਦੇ ਤੇ ਕਿਸਾਨਾਂ ਦਾ ਜਿਹੜਾ ਅਨਾਜ ਰੋਲ ਸਕਦਾ ਸੀ, ਕਿਉਂਕਿ ਉਹਨਾਂ ਨੂੰ ਲੋੜ ਨਹੀਂ ਸੀ। ਉਹਨਾਂ ਨੂੰ ਵਿਦੇਸ਼ ਦੇ ਵਿੱਚੋਂ 5 ਲੱਖ ਮੀਟ੍ਰਿਕ ਟਨ ਜਿਹੜੀ ਹੈ ਉਹ ਮੱਕੀ ਨੂੰ ਕਹਿ ਸਕਦੇ ਹੋ ਕਿ ਵਪਾਰ ਕਰਨ ਦੀ ਜਾਂ ਉਸ ਨੂੰ ਜਿਹੜੀ ਹੈ ਬਰਾਮਦ ਕਰਨ ਦੀ ਜਿਹੜੀ ਹੈ ਉਹ ਪ੍ਰਵਾਨਗੀ ਸਰਕਾਰ ਨੇ ਦੇ ਦਿੱਤੀ ਸੀ, ਜਿਹੜੀ ਉਹਨਾਂ ਨੂੰ 1100 ਦੇ ਕਰੀਬ ਪੈਂਦੀ ਸੀ। ਤੇ ਜਿਸ ਕਾਰਪੋਰੇਟ ਘਰਾਣੇ ਨੂੰ 1100 ਰੁਪਏ ਦੇ ਉੱਪਰ ਮੱਕੀ ਜਿਹੜੀ ਆ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚੋਂ ਮਿਲ ਰਹੀ ਹੋਵੇ, ਉਹ ਜਿਹੜਾ MSP ਦਾ ਖਿਆਲ ਕਿਉਂ ਕਰੇਗਾ? ਉਹ ਮਿਨੀਮਮ ਸਪੋਰਟਿੰਗ ਪ੍ਰਾਈਸ ਦਾ ਖਿਆਲ ਜਿਹੜਾ ਉਹ ਕਿਉਂ ਕਰੇਗਾ? ਉਹ ਸੋਚੇਗਾ ਕਿ ਮੈਨੂੰ ਜਦੋਂ ਵੱਡੀ ਮਾਰਕੀਟ ਦੇ ਵਿੱਚ ਕੋਈ ਫਸਲ ਸਸਤੇ ਮੁੱਲ ਤੇ ਮਿਲ ਰਹੀ ਹੈ ਤੇ ਮੈਂ ਕਿਸਾਨ ਦੀ ਫਸਲ ਮਹਿੰਗੇ ਮੁੱਲ ਦੇ ਵਿੱਚ ਕਿਉਂ ਜਿਹੜੀ ਹੈ ਉਹ ਖਰੀਦਦਾਰੀ ਕਰਾਂ। ਉਸ ਤੋਂ ਅਗਲੀ ਗੱਲ ਆ ਜਾਂਦੀ ਹੈ ਮੰਡੀ ਬੋਰਡ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਹਿੰਦੁਸਤਾਨ ਦੇ ਵਿੱਚ ਤਕਰੀਬਨ 7000 ਮੰਡੀਆਂ ਨੇ ਤੇ ਜਿਸ ਤਰ੍ਹਾਂ ਦੇ ਨਾਲ ਕਿਸਾਨਾਂ ਦੇ ਉਪਜਾਊ ਖਿੱਤੇ ਨੇ ਜਾਂ ਜ਼ਰਾਇਤੀ ਖੇਤਰ ਦੇ ਵਿੱਚ ਉਪਜ ਦਾ ਮਸਲਾ ਹੈ, ਉਹਦੇ ਮੁਤਾਬਕ ਤਾਂ ਹਿੰਦੁਸਤਾਨ ਦੇ ਵਿੱਚ 42000 ਮੰਡੀਆਂ ਦੀ ਲੋੜ ਹੈ। ਪਰ ਫਿਰ ਵੀ ਜਦੋਂ ਤੁਸੀਂ ਵੇਖਦੇ ਹੋ ਕਿ ਜਿਹੜੇ ਛੋਟੇ ਕਿਸਾਨ ਨੇ, ਸਾਰੇ ਕਿਸਾਨ ਮੰਡੀਆਂ ਤੱਕ ਆਪਣੀ ਫਸਲ ਲੈ ਕੇ ਨਹੀਂ ਪਹੁੰਚਦੇ। ਬਹੁਤ ਜਿਹੜੇ ਛੋਟੇ ਕਿਸਾਨ ਉਹ ਨੇ ਜਿਹੜੇ ਪੇਂਡੂ ਵਪਾਰੀਆਂ ਨੂੰ, ਵਪਾਰੀ ਅੱਗੇ ਆੜਤੀਆਂ ਨੂੰ, ਆੜਤੀ ਅੱਗੇ ਜਿਹੜੇ ਨੇ ਉਹ FCI ਜਾਂ ਮੰਡੀ ਬੋਰਡ ਨੂੰ ਆਪਣੀ ਜਿਹੜੀ ਆ ਉਹ ਫਸਲ ਵੇਚਦੇ ਨੇ। ਉਹਦੇ 'ਚ ਬੇਸ਼ੱਕ ਕਿਸਾਨ ਦਾ ਤਿੰਨਾਂ ਦੇ ਵੱਲੋਂ ਹੀ ਥੋੜਾ ਥੋੜਾ ਸ਼ੋਸ਼ਣ ਕੀਤਾ ਜਾਂਦਾ ਹੈ, ਪਰ ਕਿਸਾਨ ਜਿਹੜਾ ਉਹ ਕਿਤੇ ਨਾ ਕਿਤੇ ਇਸ ਗੱਲ ਤੋਂ ਸੰਤੁਸ਼ਟ ਹੁੰਦਾ ਹੈ ਕਿ ਉਸ ਦੀ ਫਸਲ ਨੂੰ ਘੱਟੋ ਘੱਟ ਜਿਹੜਾ ਉਹ ਸਮਰਥਨ ਮੁੱਲ ਜਿਹੜਾ ਉਹ ਮਿਲ ਰਿਹਾ ਹੈ। ਹੁਣ ਇਹ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਹੈ ਉਹਦੇ ਨਾਲ ਕਿਸਾਨ ਦੇ ਮਨ ਦੇ ਵਿੱਚ ਇੱਕ ਸੁਰੱਖਿਆ ਦੀ ਭਾਵਨਾ ਬਣੀ ਰਹਿੰਦੀ ਹੈ ਕਿ ਉਸ ਦੀ ਚਾਹੇ ਕਣਕ ਹੈ, ਚਾਹੇ ਉਸ ਦਾ ਝੋਨਾ ਹੈ, ਉਹ ਤਕਰੀਬਨ ਕਿਤੇ ਨਾ ਕਿਤੇ MSP ਦੇ ਉੱਪਰ ਉਹਦੀ ਜਿਹੜੀ ਹੈ ਕੀਤੀ ਹੋਈ ਮਿਹਨਤ ਦੀ ਜਿਹੜੀ ਉਜ਼ਰ ਪੂਰਤੀ ਹੈ ਉਹ ਕਰ ਦੇਵੇਗਾ। ਪਰ ਜਦੋਂ ਹੁਣ ਇਹ ਸਭ ਕੁਝ ਹੀ ਨਿੱਜੀ ਹੱਥਾਂ ਦੇ ਵਿੱਚ ਚਲਾ ਜਾਵੇਗਾ ਤੇ ਉਹਦੇ ਵਿੱਚ MSP ਦੀ ਕੋਈ ਮਤਲਬ ਨਹੀਂ ਰਹਿ ਜਾਵੇਗਾ। ਹੁਣ ਮੈਂ ਜੇਕਰ ਤੁਸੀਂ ਪੰਜਾਬ ਦੀ ਉਦਾਹਰਨ ਲੈਣੀ ਹੋਵੇ ਤਾਂ ਬਹੁਤ ਵੱਡੇ ਜਿਹੜੇ ਕਾਰਪੋਰੇਟ ਘਰਾਣੇ ਨੇ, ਜਿਹੜੇ ਸਬਜ਼ੀਆਂ ਤੋਂ ਜਾਂ ਕਿਸਾਨ ਦੀ ਜਿਨਸ ਤੋਂ ਬਣੇ ਹੋਏ ਜਿਹੜੇ ਉਤਪਾਦ ਨੇ, ਜਿਹੜੇ ਉਹਨਾਂ ਨੂੰ ਵੇਚਣ ਦਾ ਕੰਮ ਕਰਦੇ ਨੇ, ਤੇ ਜਿਹੜੀਆਂ ਫਸਲਾਂ ਦੇ ਉੱਪਰ ਘੱਟੋ ਘੱਟ ਸਮਰਥਨ ਮੁੱਲ ਦਾ ਕਹਿ ਸਕਦੇ ਹੋ ਕਿ ਆਧਾਰ ਨਹੀਂ ਹੈਗਾ, ਉਹ ਫਸਲਾਂ ਚਾਹੇ ਟਮਾਟਰ ਨੇ, ਚਾਹੇ ਆਲੂ ਨੇ, ਹਰ ਤੀਜੇ ਸਾਲ ਤੁਹਾਨੂੰ ਸੜਕਾਂ ਦੇ ਉੱਪਰ ਸੁੱਟਣੇ ਪੈਂਦੇ ਆ। ਪਰ ਇੰਨੀ ਜ਼ਿਆਦਾ ਪੈਦਾਵਾਰ ਜਾਂ ਇੰਨੀ ਜ਼ਿਆਦਾ ਜਿਹੜੀ ਤੁਹਾਡੀ ਉਪਜ ਹੈ, ਬੇਸ਼ੱਕ ਉਹ ਸੜਕਾਂ ਦੇ ਉੱਪਰ ਬਰਬਾਦ ਹੁੰਦੀ ਹੈ, ਬੇਸ਼ੱਕ ਉਸ ਨੂੰ ਤੁਸੀਂ ਸੜਕਾਂ ਦੇ ਉੱਪਰ ਡੰਪ ਕਰਕੇ ਆ ਜਾਂਦੇ ਹੋ, ਤੁਸੀਂ ਟਮਾਟਰ ਸੁੱਟ ਆਉਂਦੇ ਹੋ, ਤੁਸੀਂ ਆਲੂ ਸੁੱਟ ਆਉਂਦੇ ਹੋ, ਪਰ ਕੀ ਉਹਨਾਂ ਤੋਂ ਬਣੇ ਜਿਹੜੇ ਉਤਪਾਦਨ ਨੇ, ਚਾਹੇ ਉਹ ਚਿਪਸ ਨੇ, ਚਾਹੇ ਉਹ ਟਮਾਟੋ ਸੌਸ ਹੈ, ਚਾਹੇ ਟਮਾਟੋ ਪਿਊਰੀ ਹੈ, ਕੀ ਕਦੀ ਉਹਨਾਂ ਵਸਤਾਂ ਦੇ ਰੇਟ ਵੀ ਘਟਦੇ ਨਹੀਂ? ਕਿਉਂਕਿ ਉਹ ਇੱਕ ਖਾਸ ਇਜਾਰੇਦਾਰੀ ਦੇ ਅਧੀਨ ਉਸ ਮਾਰਕੀਟ ਦੇ ਉੱਪਰ ਕੁਝ ਖਾਸ ਲੋਕ ਜਿਹੜੇ ਨੇ ਉਹਨਾਂ ਦਾ ਅਧਿਕਾਰ ਹੈ। ਅਗਲੀ ਗੱਲ, ਜਦੋਂ ਕਿਸਾਨ ਆਪਣੀ ਫਸਲ ਦੇ ਰੇਟ ਦੇ ਮਸਲੇ ਨੂੰ ਲੈ ਕੇ, ਭਾਵ ਕਿ ਜਿਹੜਾ ਉਸਦੇ ਨਿੱਜੀ ਖਰੀਦਦਾਰ ਕੰਪਨੀ ਦੇ ਵਿੱਚ ਤੇ ਕਿਸਾਨ ਦੇ ਵਿੱਚ, ਭਾਵ ਕਿ ਵੇਚਣ ਵਾਲੇ ਤੇ ਖਰੀਦਣ ਵਾਲੇ ਦੇ ਵਿੱਚ ਜਿਹੜਾ ਝਗੜਾ ਹੋਵੇਗਾ, ਉਹਦੇ ਵਿੱਚ ਕਿਸਾਨ ਕਦੀ ਜਿੱਤ ਨਹੀਂ ਸਕੇਗਾ। ਉਹਦਾ ਇੱਕ ਬਹੁਤ ਵੱਡਾ ਕਾਰਨ ਹੈ,
ਰਾਜਨੀਤਿਕ ਲੋਕ ਜਿਹੜੇ ਨੇ ਜਾਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ, ਇਹਨਾਂ ਦੇ ਪੂੰਜੀਪਤੀ ਜਾਂ ਪੂੰਜੀਵਾਦੀ ਜਾਂ ਕਾਰਪੋਰੇਟ ਸੈਕਸ਼ਨ ਦੇ ਨਾਲ ਜੁੜੇ ਹੋਏ ਅਮੀਰ ਘਰਾਣਿਆਂ ਦੇ ਨਾਲ ਬੜੇ ਨੇੜੇ ਦੇ ਸੰਬੰਧ ਨੇ। ਬਹੁਤ ਵੱਡੀ ਮਾਤਰਾ ਦੇ ਰੂਪ ਦੇ ਵਿੱਚ ਉਹ ਲੋਕ ਰਾਜਨੀਤਿਕ ਲੋਕਾਂ ਨੂੰ ਫੰਡ ਦਿੰਦੇ ਨੇ। ਤੇ ਹੁਣ ਤੁਸੀਂ ਖਿਆਲ ਕਰੋ ਕਿ ਜਦੋਂ ਰਾਜਨੀਤਿਕ ਲੋਕਾਂ ਨੂੰ ਫੰਡ ਦੇਣ ਵਾਲੇ ਲੋਕ ਹੀ ਕਿਸਾਨ ਦੀ ਜਿਣਸ ਦੇ ਖਰੀਦਦਾਰ ਹੋਣਗੇ, ਤਾਂ ਕਿਸਾਨ ਤੇ ਖਰੀਦਦਾਰ ਦੇ ਵਿੱਚ ਹੋਏ ਝਗੜੇ ਦੇ ਵਿੱਚ ਕਦੀ ਸਰਕਾਰ ਜਾਂ ਸਰਕਾਰ ਦੇ ਜਿਹੜੇ ਬਿਊਰੋਕਰੇਟਸ ਨੇ ਉਹ ਕਦੀ ਉਹਨਾਂ ਲੋਕਾਂ ਦੇ ਖਿਲਾਫ ਜਾਂ ਉਹਨਾਂ ਉਦਯੋਗਪਤੀਆਂ ਦੇ ਖਿਲਾਫ ਭੁਗਤ ਸਕਦੇ ਨੇ ਜਿਹੜੇ ਖੁਦ ਸਰਕਾਰ ਨੂੰ ਚਲਾਉਣ ਦੇ ਵਾਸਤੇ ਪੈਸਾ ਦੇ ਰਹੇ ਨੇ। ਔਰ ਉਹ ਪੈਸਾ ਜਿਹੜਾ ਹੈ, ਉਹ ਪੈਸਾ ਕੋਈ ਦੇਸ਼ ਦੀ ਅਰਥ ਵਿਵਸਥਾ ਨੂੰ ਸੁਧਾਰਨ ਵਾਸਤੇ ਨਹੀਂ, ਬਲਕਿ ਸਾਡੀਆਂ ਤੁਹਾਡੀਆਂ ਵੋਟਾਂ ਖਰੀਦਣ ਦੇ ਵਾਸਤੇ ਵੱਡੇ ਫੰਡਾਂ ਦੇ ਰੂਪ ਦੇ ਵਿੱਚ ਪਾਰਟੀਆਂ ਨੂੰ ਦਿੱਤਾ ਜਾਂਦਾ ਹੈ। ਤੇ ਉੱਥੇ ਪਾਰਟੀਆਂ ਦੀ ਮਜਬੂਰੀ ਬਣ ਜਾਂਦੀ ਹੈ ਕਿ ਉਹ ਵੱਡੇ ਉਦਯੋਗਿਕ ਘਰਾਣਿਆਂ ਦਾ ਪੱਖ ਪੂਰਦੀਆਂ ਨੇ। ਇਹ ਬੜੀ ਅਹਿਮ ਗੱਲ ਹੈ। ਸਾਨੂੰ ਇਹਨਾਂ ਸਾਰੀਆਂ ਗੱਲਾਂ ਨੂੰ ਸਮਝਣ ਦੀ ਲੋੜ ਹੈ। ਹੁਣ ਪੰਜਾਬ ਦੇ ਵਿੱਚ ਜੇ ਵੇਖੀਏ ਤੇ ਪੰਜਾਬ ਦੇ ਵਿੱਚ ਮਾਰਕੀਟ ਕਮੇਟੀ ਜਾਂ ਮੰਡੀ ਬੋਰਡ ਜਿਹੜਾ ਹੈ, ਉਹ ਜਦੋਂ ਕਿਸਾਨ ਦੀ ਜਿਣਸ ਨੂੰ ਖਰੀਦਦਾ ਹੈ ਤੇ ਉਹਦੇ ਵਿੱਚੋਂ ਕੁਝ ਪ੍ਰਤੀਸ਼ਤ ਮੰਡੀ ਦੀ ਫੀਸ ਹੁੰਦੀ ਹੈ, ਥੋੜੀ ਜਿਹੀ ਜਿਹੜੀ ਹੁੰਦੀ ਹੈ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਸਾਰੀ ਦੀ ਜਿਹੜੀ ਹੈ, ਸੜਕਾਂ ਦੀ ਜਿਹੜੀ ਹੈ ਮੁਰੰਮਤ ਦੀ ਫੀਸ ਲਈ ਜਾਂਦੀ ਹੈ, ਉਸ ਤੋਂ ਬਾਅਦ ਆੜਤੀ ਦੀ ਫੀਸ ਲਈ ਜਾਂਦੀ ਹੈ। ਤੇ ਕਿਸਾਨ ਨੂੰ ਮੇਰੇ ਖਿਆਲ ਦੇ ਨਾਲ 1 ਏਕੜ ਦੀ ਫਸਲ ਦੇ ਵਿੱਚੋਂ ਬੜੀ ਥੋੜੀ ਜਿਹੀ ਜਿਹੜੀ ਫੀਸ ਹੈ ਉਹਨਾਂ ਨੂੰ ਦੇਣੀ ਪੈਂਦੀ ਹੈ, ਜਿਹੜੀ ਕਿਸਾਨ ਨੂੰ ਮਹਿਸੂਸ ਇਸ ਕਰਕੇ ਨਹੀਂ ਹੁੰਦੀ ਕਿਉਂਕਿ ਉਸ ਦੀ ਫਸਲ ਨੂੰ ਘੱਟੋ ਘੱਟ ਸਮਰਥਨ ਮੁੱਲ ਮਿਲ ਰਿਹਾ ਹੁੰਦਾ ਹੈ। ਪਰ ਇਹਦਾ ਉਸ ਨੂੰ ਫਾਇਦਾ ਇਹ ਹੁੰਦਾ ਹੈ ਕਿ ਜਿੰਨੀਆਂ ਵੀ ਪੇਂਡੂ ਸੜਕਾਂ ਨੇ ਉਹਨਾਂ ਨੂੰ ਬਣਾਉਣ ਦੀ ਜ਼ਿੰਮੇਵਾਰੀ ਮੰਡੀ ਬੋਰਡ ਦੀ ਹੁੰਦੀ ਹੈ। ਤੇ ਜਦੋਂ ਇਹ ਸਾਰਾ ਸਿਸਟਮ ਖਤਮ ਹੋ ਜਾਵੇਗਾ ਤੇ ਸੱਚ ਜਾਣਿਓ ਪਿੰਡਾਂ ਖੇਤਰਾਂ ਦੇ ਵਿੱਚ ਜਿਹੜਾ ਇਹ ਥੋੜਾ ਜਿਹਾ ਵਿਕਾਸ ਮੰਡੀ ਬੋਰਡ ਵੱਲੋਂ ਕੀਤਾ ਜਾਂਦਾ ਹੈ, ਇਹ ਵੀ ਹੌਲੀ ਹੌਲੀ ਜਿਹੜਾ ਖਤਮ ਹੋ ਜਾਵੇਗਾ। ਹੋਰ ਵੀ ਕਈ ਤਰ੍ਹਾਂ ਦੀਆਂ ਗੱਲਾਂ ਨੇ। ਇੱਕ ਪਾਸੇ ਤਾਂ ਮੈਂ ਸੋਚਦਾ ਸੀਗਾ ਕਿ ਕੋਈ ਉਹ ਸਮਾਂ ਸੀ ਅੱਜ ਤੋਂ 40-50 ਸਾਲ ਪਹਿਲਾਂ, ਜਿਨ੍ਹਾਂ ਸਮਿਆਂ ਦੇ ਵਿੱਚ ਕਿਸਾਨ ਵੱਲੋਂ ਇਹ ਮੰਗ ਕੀਤੀ ਜਾਂਦੀ ਸੀ ਕਿ ਉਹਨਾਂ ਦੀ ਜਿਹੜੀ ਜਿਣਸ ਦਾ ਭਾਵ ਆ ਉਹ ਕੀਮਤ ਸੂਚਕ ਅੰਕ ਦੇ ਨਾਲ ਜੋੜ ਕੇ ਵੇਖਿਆ ਜਾਵੇ। ਸਵਾਮੀਨਾਥਨ ਰਿਪੋਰਟ ਜਦੋਂ ਆਈ ਤਾਂ ਉਹਦੇ ਵਿੱਚ ਇੱਕ ਗੱਲ ਬੜੀ ਕਲੀਅਰ ਸੀ। ਉਹਦੇ ਵਿੱਚ ਕਿਹਾ ਗਿਆ ਸੀਗਾ ਕਿ ਕਿਸਾਨ ਦੀ ਫਸਲ ਦੀ ਜਿਹੜੀ ਲਾਗਤ ਮੁੱਲ ਹੈ ਉਹਦੇ ਉੱਪਰ 50% ਹੋਰ ਲਾ ਕੇ ਤੇ ਫਿਰ ਕਿਸਾਨ ਨੂੰ ਜਿਹੜਾ ਹੈ ਉਸ ਦਾ ਘੱਟੋ ਘੱਟ ਸਮਰਥਨ ਮੁੱਲ ਜਿਹੜਾ ਉਹ ਦਿੱਤਾ ਜਾਵੇ। ਲਾਗਤ ਕੀਮਤ ਦੇ ਉੱਪਰ 50% ਹੋਰ ਲਾ ਕੇ। ਉਸ ਤੋਂ ਬਾਅਦ ਜਿਹੜੀ ਡਾਕਟਰ ਰਮੇਸ਼ ਚੰਦ ਕਮੇਟੀ ਦੀ ਰਿਪੋਰਟ ਆਈ, ਉਹਨੇ ਹੋਰ ਵੀ ਕਈ ਗੱਲਾਂ ਉਹਦੇ ਚ ਪਾ ਦਿੱਤੀਆਂ ਕਿ ਕਿਸਾਨ ਦਾ ਜਿਹੜਾ ਖਰਚ ਹੈ ਉਹਦੀ ਉਪਜ ਦੇ ਵਿੱਚੋਂ ਜਿਸ ਮੁੱਲ ਦੇ ਉੱਪਰ ਖਰੀਦਿਆ ਜਾ ਰਿਹਾ ਹੈ ਉਹ ਪੂਰਾ ਨਹੀਂ ਹੁੰਦਾ। ਉਹਦੇ ਵਿੱਚ ਉਸਦੇ ਮੰਡੀ ਦੇ ਖਰਚੇ, ਮੰਡੀ ਪਹੁੰਚਾਉਣ ਦੇ ਖਰਚੇ ਜਾਂ ਜਿਹੜੇ ਹੋਰ ਖਰਚੇ ਨੇ ਉਹ ਵੀ ਸ਼ਾਮਲ ਕਰਕੇ ਜਿਹੜੀ ਕਿਸਾਨ ਦੀ ਫਸਲ ਹੈ ਉਹਦਾ ਘੱਟੋ ਘੱਟ ਸਮਰਥਨ ਮੁੱਲ ਜਿਹੜਾ ਉਹ ਤੈਅ ਕੀਤਾ ਜਾਵੇ। ਸੋ ਕਿਸਾਨ ਤਾਂ ਅਜੇ ਇਸ ਸੰਘਰਸ਼ ਵਾਲੇ ਪਾਸੇ ਪਏ ਸੀ ਕਿ ਉਹਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਵੀ ਆਪਣੀਆਂ ਫਸਲਾਂ ਦਾ ਨਹੀਂ ਮਿਲ ਰਿਹਾ, ਪਰ ਸਰਕਾਰ ਨੇ ਇਹ ਆਰਡੀਨੈਂਸ ਜਾਰੀ ਕਰਕੇ, ਜਿਹਦੀ ਅਜੇ ਅੱਜ ਅਸੀਂ ਸਿਰਫ ਇੱਕ ਮੱਦ ਦੀ ਗੱਲ ਕਰ ਰਹੇ ਹਾਂ ਕਿ ਇਹ ਜਿਹੜਾ ਆਰਡੀਨੈਂਸ ਜਾਰੀ ਕਰਕੇ ਸਰਕਾਰ ਨੇ ਕਿਸਾਨਾਂ ਦਾ ਆਰਥਿਕ ਤੌਰ ਤੇ ਲੱਕ ਤੋੜਨ ਦਾ ਜਿਹੜਾ ਉਹ ਬੰਨ ਨੂੰ ਬੰਨ ਲਿਆ। ਬੇਸ਼ੱਕ ਇਹ ਕਿਹਾ ਜਾ ਰਿਹਾ ਹੈ ਕਿ ਇਹਦੇ 'ਚ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਹੈ ਉਹਦੇ 'ਚ ਕੋਈ ਤਬਦੀਲੀ ਨਹੀਂ ਹੋਵੇਗੀ ਜਾਂ ਫਿਰ ਜਿਹੜਾ ਮਾਰਕੀਟ ਕਮੇਟੀ ਐਕਟ ਹੈ ਉਸ ਨੂੰ ਨਹੀਂ ਤੋੜਿਆ ਜਾਵੇਗਾ, ਪਰ ਇਹ ਸਾਰਿਆਂ ਨੂੰ ਸਾਫ਼ ਨਜ਼ਰ ਆ ਰਿਹਾ ਹੈ ਕਿ ਜਦੋਂ ਨਿੱਜੀ ਖੇਤਰ ਦੇ ਵਿੱਚ ਖਰੀਦਦਾਰੀ ਦੇ ਵਾਸਤੇ ਵੱਡੇ ਵੱਡੇ ਕਾਰਪੋਰੇਟ ਘਰਾਣੇ ਆ ਜਾਣਗੇ ਤਾਂ ਕੁਦਰਤੀ ਜਿਹੜੀਆਂ ਇਹ ਸਹਿਕਾਰੀ ਤੇ ਸਰਕਾਰੀ ਸੰਸਥਾਵਾਂ ਜਿਨ੍ਹਾਂ ਦੇ ਨਾਲ ਕਿਸਾਨ ਦੇ ਇੱਕ ਚੰਗੇ ਸੰਬੰਧ ਬਣੇ ਹੋਏ ਸੀ ਉਹ ਹੌਲੀ ਹੌਲੀ ਜਿਹੜੇ ਨੇ ਉਹ ਖਤਮ ਹੋ ਜਾਣਗੇ। ਸੋ ਇਹ ਸਭ ਤੋਂ ਵੱਡੀ ਜਿਹੜੀ ਹੈ ਕਿਸਾਨ ਦੇ ਵਾਸਤੇ ਇੱਕ ਮਜਬੂਰੀ ਬਣ ਜਾਵੇਗੀ ਕਿ ਕਿਤੇ ਨਾ ਕਿਤੇ ਉਹ ਨਾ ਤੇ ਆਪਣਾ ਕਹਿ ਸਕਦੇ ਹੋ ਕਿ ਲਾਗਤ ਮੁੱਲ ਜਾਂ ਘੱਟੋ ਘੱਟ ਸਹਾਇਕ ਕੀਮਤ ਲੈਣ ਦੇ ਵਾਸਤੇ ਨਾ ਕਿਤੇ ਅਪੀਲ ਦਲੀਲ ਕਰ ਸਕੇਗਾ ਤੇ ਨਾ ਹੀ ਉਹ ਆਪਣੀ ਮਰਜ਼ੀ ਦੇ ਅਨੁਸਾਰ ਆਪਣੀ ਫਸਲ ਪੈਦਾ ਕਰ ਸਕੇਗਾ। ਉਹਦਾ ਕਾਰਨ ਕੀ ਹੈ ਕਿ ਕਿਸਾਨ ਨੂੰ ਹੁਣ ਵੇਖਣਾ ਪਵੇਗਾ ਕਿ ਜਿਹੜੇ ਨਿੱਜੀ ਅਦਾਰਿਆਂ ਨੇ ਜਾਂ ਕਾਰਪੋਰੇਟ ਘਰਾਣਿਆਂ ਨੇ ਉਸ ਦੀ ਫਸਲ ਦੇ ਖਰੀਦਦਾਰ ਬਣਨੇ ਨੇ, ਉਹਨਾਂ ਦੀ ਮੰਗ ਕੀ ਹੈ। ਕਿਸਾਨ ਜਦੋਂ ਫਸਲ ਬੀਜਦਾ ਹੈ ਤੇ ਉਹ ਸੋਚਦਾ ਰਹਿੰਦਾ ਹੈ ਇੱਥੋਂ ਤੱਕ ਕਿ ਵੱਖ-ਵੱਖ ਬੀਜਾਂ ਦੇ ਬਾਰੇ ਵੀ, ਚਾਹੇ ਝੋਨੇ ਦੇ ਨੇ ਚਾਹੇ ਕਣਕ ਦੇ ਨੇ, ਕਿ ਇਹਨਾਂ ਦੀ ਖਰੀਦਦਾਰੀ ਦਾ ਆਧਾਰ ਕੀ ਹੋਵੇਗਾ, ਮੈਂ ਆਪਣੀ ਉਪਜ ਨੂੰ ਕਿਸ ਮੁੱਲ ਦੇ ਉੱਪਰ ਵੇਚ ਸਕਾਂਗਾ। ਪਰ ਹੁਣ ਉਸ ਦੀ ਆਪਣੀ ਮਰਜ਼ੀ ਨਹੀਂ ਰਹੇਗੀ ਕਿਉਂਕਿ ਹੁਣ ਮਰਜ਼ੀ ਉਹਨਾਂ ਕਾਰਪੋਰੇਟ ਘਰਾਣਿਆਂ ਦੀ ਹੋਵੇਗੀ ਜਿਨ੍ਹਾਂ ਨੇ ਉਸ ਦੀ ਉਪਜ ਨੂੰ ਆਪਣੀ ਮਰਜ਼ੀ ਦੇ ਅਨੁਸਾਰ ਖਰੀਦਣਾ ਹੈ। ਉਹ ਡਿਪੈਂਡ ਉਹਨਾਂ ਦੇ ਉੱਪਰ ਕਰਦਾ ਹੈ ਕਿ ਉਹਨਾਂ ਕਿਸਾਨ ਨੂੰ ਕਿਹੜੀ ਫਸਲ ਬੀਜਣ ਵਾਸਤੇ ਕਹਿਣਾ ਹੈ। ਉਹਨਾਂ ਨੇ
ਕਿਸਾਨ ਦਾ ਫਾਇਦਾ ਨਹੀਂ ਸੋਚਣਾ, ਬਲਕਿ ਉਹਨਾਂ ਨੇ ਆਪਣਾ ਫੈਸਲਾ ਜਿਹੜਾ ਉਹ ਸੋਚਣਾ ਹੈ। ਇਸ ਕਰਕੇ ਜਿਹੜਾ ਕਿਸਾਨ ਦਾ ਆਪਣਾ ਬਣਾਇਆ ਇੱਕ ਫਸਲ ਚੱਕਰ ਸੀ ਉਹ ਵੀ ਸਾਰਾ ਪ੍ਰਭਾਵਿਤ ਹੋ ਜਾਵੇਗਾ, ਕਿਉਂਕਿ ਕਿਸਾਨਾਂ ਨੇ ਇੱਕ ਆਪਣੇ ਆਪ ਵੀ ਇੱਕ ਫਸਲ ਚੱਕਰ ਬਣਾਇਆ ਸੀ ਕਿ ਇੱਕ ਸਾਲ ਆਲੂ ਲਗਾ ਲੈਂਦੇ ਸੀ, ਸਬਜ਼ੀਆਂ, ਕਣਕ ਜਾਂ 3 ਫਸਲਾਂ ਲੈਂਦੇ ਸੀ। ਉਹ ਸਾਰਾ ਜਿਹੜਾ ਸਿਸਟਮ ਕਿਸਾਨ ਨੇ ਆਪ ਸਿਰਜਿਆ ਸੀ ਉਹ ਵੀ ਪ੍ਰਭਾਵਿਤ ਹੋਵੇਗਾ, ਕਿਉਂਕਿ ਹੁਣ ਕਿਸਾਨ ਨੂੰ ਇਹ ਸੋਚ ਕੇ ਫਸਲ ਜਿਹੜੀ ਹੈ ਉਹ ਬੀਜਣੀ ਪਵੇਗੀ ਕਿ ਉਸ ਨੂੰ ਹੁਣ ਮੰਡੀਆਂ ਦੇ ਵਿੱਚੋਂ ਘੱਟੋ ਘੱਟ ਸਮਰਥਨ ਮੁੱਲ ਨਹੀਂ ਮਿਲੇਗਾ ਤੇ ਉਸ ਨੂੰ ਉਹ ਫਸਲ ਹੀ ਬੀਜਣੀ ਪਵੇਗੀ ਜਿਸ ਦਾ ਖਰੀਦਦਾਰ ਕਾਰਪੋਰੇਟ ਘਰਾਣਾ ਹੋਵੇਗਾ। ਅੱਗੇ ਫਿਰ ਉਹ ਉਸ ਦੀ ਮਰਜ਼ੀ ਹੈ ਕਿ ਉਹ ਉਸ ਫਸਲ ਨੂੰ ਕਿਸ ਕੀਮਤ ਦੇ ਉੱਪਰ ਜਿਹੜਾ ਉਹ ਖਰੀਦਦਾ ਹੈ। ਬੇਸ਼ੱਕ ਬਹੁਤ ਵੱਡੇ ਦੇਸ਼ਾਂ ਦੇ ਵਿੱਚ, ਅਮਰੀਕਾ ਦੇ ਵਿੱਚ ਵੀ ਇਵੇਂ ਦੇ ਜਿਹੜੇ ਕਹਿੰਦੇ ਆ ਕਿ ਬਹੁਤ ਵੱਡੀਆਂ ਜਿਹੜੇ ਨਿੱਜੀ ਅਦਾਰੇ ਸੀ ਉਹਨਾਂ ਨੇ ਕਿਸਾਨਾਂ ਦੀ ਫਸਲ ਨੂੰ ਖਰੀਦਿਆ, ਪਰ ਉੱਥੇ ਵੀ ਕਿਸਾਨ ਦੀ ਜਿਹੜੀ ਹਾਲਤ ਹੈ ਕੋਈ ਸੁਧਰ ਨਹੀਂ ਸਕੀ। ਬਿਹਾਰ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਇਵੇਂ ਹੋਇਆ ਤਾਂ ਕਿਸਾਨਾਂ ਨੇ ਖੇਤੀ ਨੂੰ ਛੱਡ ਕੇ ਮਜ਼ਦੂਰੀ ਨੂੰ ਚੁਣਿਆ। ਉਹਨਾਂ ਨੇ ਖੇਤੀ ਦੇ ਜਿਹੜੇ ਜ਼ਰਾਇਤੀ ਖੇਤਰ ਸੀ ਉਹਨਾਂ ਦੇ ਵਿੱਚੋਂ ਹਿਜਰਤ ਕੀਤੀ। ਆ ਜਿਹੜੇ ਪੰਜਾਬ ਦੇ ਵਿੱਚ ਬਿਹਾਰ ਦੇ ਮਜ਼ਦੂਰ ਆਉਂਦੇ ਨੇ, ਇਹਨਾਂ ਦੇ ਵੀ ਖੇਤ ਨੇ, ਉਹਨਾਂ ਨੂੰ ਪੁੱਛੋ ਕਿਤੇ, ਉਹਨਾਂ ਦੇ ਵੀ ਖੇਤ ਨੇ, ਪਰ ਉੱਥੇ ਘੱਟੋ ਘੱਟ ਸਮਰਥਨ ਮੁੱਲ ਦਾ ਜਦੋਂ ਕਾਨੂੰਨ ਜਿਹੜਾ ਸੀ ਉਹ ਤੋੜ ਦਿੱਤਾ ਗਿਆ ਤੇ ਉਹ ਲੋਕ ਜਿਹੜੇ ਸੀਗੇ ਆਪਣੀਆਂ ਫਸਲਾਂ ਦੀ ਉਪਜ ਦੇ ਵਿੱਚੋਂ ਆਪਣੇ ਘਰੇਲੂ ਖਰਚਿਆਂ ਦਾ ਵੀ ਇੰਤਜ਼ਾਮ ਨਾ ਕਰ ਸਕੇ ਤੇ ਉਹਨਾਂ ਨੂੰ ਮਜ਼ਦੂਰ ਬਣਨਾ ਪਿਆ। ਹੌਲੀ ਹੌਲੀ ਜਿਹੜਾ ਪੰਜਾਬ ਦਾ ਕਿਸਾਨ ਹੈ ਉਸ ਦਾ ਵੀ ਇਹ ਹਾਲ ਹੋ ਜਾਵੇਗਾ। ਇਹ ਸਾਨੂੰ ਸਾਰਿਆਂ ਨੂੰ ਬਹੁਤ ਹੀ ਧਿਆਨ ਦੇ ਨਾਲ ਜਿਹੜੀ ਹੈ ਉਹ ਸੋਚਣ ਦੀ ਲੋੜ ਹੈ। ਮੰਗ ਤਾਂ ਕਿਸਾਨ ਇਹ ਕਰ ਰਹੇ ਸੀ ਕਿ ਮੰਡੀਆਂ ਦੀ ਘਾਟ ਹੈ। ਹਿੰਦੁਸਤਾਨ ਦੇ ਵਿੱਚ ਜੇਕਰ 42,000 ਤੋਂ ਉੱਪਰ ਮੰਡੀਆਂ ਹੋਣ ਤਾਂ ਕਿਸਾਨਾਂ ਦੀ ਜਿਹੜੀ ਫਸਲ ਹੈ ਉਹ ਮੰਡੀਆਂ ਤੱਕ ਪਹੁੰਚ ਸਕਦੀ ਹੈ, ਕਿਉਂਕਿ ਕੇਵਲ ਤੇ ਕੇਵਲ 30% ਕਿਸਾਨ ਹੈ ਜਿਹੜਾ ਆਪਣੀ ਫਸਲ ਨੂੰ ਮੰਡੀ ਦੇ ਵਿੱਚ ਲੈ ਕੇ ਜਾਂਦਾ। ਸੋ ਅੱਜ ਅਸੀਂ ਕੇਵਲ ਤੇ ਕੇਵਲ ਇਸ ਦੇ ਉੱਪਰ ਹੀ ਚਰਚਾ ਕੀਤੀ ਹੈ। ਕੱਲ੍ਹ ਜਿਹੜੇ 2 ਹੋਰ ਆਰਡੀਨੈਂਸ ਨੇ ਉਹਨਾਂ ਦੇ ਬਾਰੇ ਜ਼ਰੂਰ ਗੱਲਬਾਤ ਕਰਾਂਗੇ ਕਿ ਇਹਦੇ ਨੁਕਸਾਨ ਕੀ ਹੋਣਗੇ। ਬੇਸ਼ੱਕ ਸਰਕਾਰ ਦੇ ਵੱਲੋਂ ਫਾਇਦੇ ਗਿਣਾਏ ਜਾ ਰਹੇ ਨੇ, ਕਿਸਾਨ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿੰਨੀਆਂ ਵੱਧ ਖਰੀਦਦਾਰ ਕੰਪਨੀਆਂ ਜਿਹੜੀਆਂ ਨੇ ਉਹ ਜਦੋਂ ਇਸ ਖੇਤਰ ਦੇ ਵਿੱਚ ਆਉਣਗੀਆਂ ਤਾਂ ਮੁਕਾਬਲੇਬਾਜ਼ੀ ਦੀ ਭਾਵਨਾ ਦੇ ਵਿੱਚ ਜਿਹੜੀ ਕਿਸਾਨ ਦੀ ਉਪਜ ਹੈ ਉਹਦਾ ਰੇਟ ਵਧੇਗਾ। ਪਰ ਹਿੰਦੁਸਤਾਨ ਦੇ ਵਿੱਚ, ਇਸ ਦੇਸ਼ ਦੇ ਵਿੱਚ ਇਹ ਸਾਰਾ ਕੁਝ ਇਸ ਕਰਕੇ ਨਾ ਕਾਮਯਾਬ ਹੈ ਕਿਉਂਕਿ ਇੱਥੇ ਜਿਹੜੇ ਉਦਯੋਗਿਕ ਘਰਾਣੇ ਨੇ ਉਹ ਆਪਸ ਦੇ ਵਿੱਚ ਮਿਲ ਕੇ ਚੱਲਦੇ ਨੇ। ਇਹ ਨਹੀਂ ਹੈ ਕਿ ਇੱਕ ਉਦਯੋਗਿਕ ਘਰਾਣੇ ਦੇ ਨਾਲ ਸੰਬੰਧਿਤ ਜਿਹੜੀ ਫਰਮ ਉਹ ਕਹਿ ਰਹੀ ਹੈ ਕਿ ਮੈਂ ਇਸ ਤੇ ਖਰੀਦੂੰਗਾ ਤੇ ਦੂਜੀ ਉਸ ਤੋਂ ਵੱਧ ਕੇ ਖਰੀਦੇ। ਉਹ ਬਕਾਇਦਾ ਮਿਲ ਕੇ ਚੱਲਦੇ ਨੇ। ਉਹ ਪਹਿਲਾਂ ਹੀ ਤੈਅ ਕਰ ਲੈਂਦੇ ਨੇ ਕਿ ਇਹਦੇ ਤੋਂ ਵੱਧ ਅਸੀਂ ਮੁੱਲ ਨਹੀਂ ਦੇਣਾ। ਜੇਕਰ ਤੁਸੀਂ ਵੇਖਣਾ ਹੋਵੇ ਤਾਂ ਬਾਸਮਤੀ ਦੀ ਖਰੀਦ ਦੇ ਸਮੇਂ ਜਿਹੜੇ ਕਮਿਸ਼ਨ ਏਜੰਟ ਹੁੰਦੇ ਨੇ ਉਹ ਆਪਸ ਦੇ ਵਿੱਚ ਮਿਲ ਬਹਿ ਕੇ ਜਦੋਂ ਢੇਰੀ ਦਾ ਮੁੱਲ ਲਾਉਣਾ ਹੁੰਦਾ ਤਾਂ ਪਹਿਲਾਂ ਹੀ ਤੈਅ ਕਰ ਲੈਂਦੇ ਨੇ ਕਿ ਅੱਜ ਅਸੀਂ ਵੱਧ ਤੋਂ ਵੱਧ ਇਸ ਮੁੱਲ ਦੇ ਉੱਪਰ ਖਰੀਦਣੀ ਹੈ, ਇਹਦੇ ਤੋਂ ਉੱਪਰ ਬੇਸ਼ੱਕ ਰੁਲੇ ਜਾਂ ਕਿਸਾਨ ਨਾ ਵੇਚੇ, ਅਸੀਂ ਇਸ ਤੋਂ ਉੱਪਰ ਨਹੀਂ ਖਰੀਦਣੀ। ਸੋ ਇਹ ਇੱਕ ਬਹੁਤ ਵੱਡੀ ਕਹਿ ਸਕਦੇ ਹਾਂ ਕਿ ਪੰਜਾਬ ਦੀ ਕਿਸਾਨੀ ਦੇ ਵਾਸਤੇ ਸਮੱਸਿਆ ਹੈ। ਪੰਜਾਬ ਦੀ ਕਿਸਾਨੀ ਦੇ ਨਾਲ ਇਹ ਸਮੱਸਿਆ ਪੈਦਾ ਹੋਵੇਗੀ, ਮਜ਼ਦੂਰ ਵਰਗ ਵੀ ਪ੍ਰਭਾਵਿਤ ਹੋਵੇਗਾ, ਜਿਹਦੇ ਬਾਰੇ ਅਸੀਂ ਅਗਲੇ ਜਿਹੜੇ ਵਿਖਿਆਨ ਨੇ ਉਹਨਾਂ ਦੇ ਵਿੱਚ ਚਰਚਾ ਕਰਾਂਗੇ। ਮਜ਼ਦੂਰ ਵਰਗ ਪ੍ਰਭਾਵਿਤ ਹੋਵੇਗਾ ਤਾਂ ਆ ਜਾ ਕੇ ਜਿਹੜਾ ਸਾਰਾ ਆਰਥਿਕ ਢਾਂਚਾ ਇਸ ਖਿੱਤੇ ਦਾ ਉਹ ਡੋਲੇਗਾ। ਸੋ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਜਿਸ ਵੀ ਖੇਤਰ ਦੇ ਵਿੱਚ ਹਾਂ, ਕਿਉਂਕਿ ਅੱਜ ਮੈਂ ਰਾਣਾ ਅਯੂਬ ਗੁਜਰਾਤ ਫਾਈਲਸ ਵਾਲੇ ਜਿਹੜੇ ਨੇ ਉਹਨਾਂ ਦਾ ਇੱਕ ਛੋਟਾ ਜਿਹਾ ਉਹਨਾਂ ਨੇ ਆਪਣੀ ਫੇਸਬੁੱਕ ਦੇ ਉੱਪਰ ਇੱਕ ਟੋਟਕਾ ਪਾਇਆ ਸੀ ਤੇ ਮੈਂ ਪੜ੍ਹ ਰਿਹਾ ਸੀ। ਉਹ ਕਹਿੰਦੇ ਸੀ ਕਿ ਜਿੰਨੇ ਬੋਲਣ ਵਾਲੇ ਨੇ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ, ਬੇਸ਼ੱਕ ਉਹਨਾਂ ਨੂੰ ਚੁੱਪ ਕਰਾਉਣ ਦਾ ਜਾਲ ਬੁਣਿਆ ਜਾ ਰਿਹਾ, ਪਰ ਸਾਨੂੰ ਸਮੂਹਿਕ ਰੂਪ ਦੇ ਵਿੱਚ ਆਪਣੀ ਆਵਾਜ਼ ਨੂੰ ਬੁਲੰਦ ਕਰਦੇ ਰਹਿਣਾ ਚਾਹੀਦਾ ਹੈ। ਜੇਕਰ ਅੱਜ ਅਸੀਂ ਆਵਾਜ਼ ਬੁਲੰਦ ਨਹੀਂ ਕਰਾਂਗੇ ਤੇ ਮਾਫ ਕਰਨਾ, ਜੇਕਰ ਇਸ ਸੂਬੇ ਦੀ ਆਰਥਿਕ ਹਾਲਤ ਵਿਗੜਦੀ ਹੈ, ਕਿਸਾਨ ਜਿਹੜਾ ਹੈ ਉਹ ਘਸਿਆਰਾ ਬਣਦਾ ਹੈ, ਤਾਂ ਅਸਰ ਜਿਹੜਾ ਹੈ ਸਿਰਫ ਕਿਸਾਨ ਤੇ ਨਹੀਂ ਹੋਵੇਗਾ, ਉਹ ਜਿਹੜੇ ਪੰਜਾਬ ਦੇ ਛੋਟੇ ਵਪਾਰੀ ਨੇ ਉਹਨਾਂ ਦੇ ਉੱਪਰ ਵੀ ਹੋਵੇਗਾ, ਆੜਤੀ ਵਰਗ ਦੇ ਉੱਪਰ ਵੀ ਹੋਵੇਗਾ, ਮਜ਼ਦੂਰਾਂ ਦੇ ਉੱਪਰ ਵੀ ਹੋਵੇਗਾ ਤੇ ਇਸ ਦੀ ਜਦ ਦੇ ਵਿੱਚ ਫਿਰ ਬਹੁਤ ਜ਼ਿਆਦਾ ਆਉਣਗੇ ਲੋਕ। ਕੇਵਲ ਕਿਸਾਨ ਹੀ ਘਸਿਆਰਾ ਨਹੀਂ ਬਣੇਗਾ, ਪੰਜਾਬ ਦੇ ਸਾਰੇ ਲੋਕਾਂ ਦੇ ਉੱਪਰ ਇਸ ਦਾ ਅਸਰ ਜਿਹੜਾ ਉਹ ਹੋਵੇਗਾ। ਸੋ ਮੈਂ ਫਿਰ ਇਹੀ ਬੇਨਤੀ ਕਰਦਾ ਕਿ ਅਸੀਂ ਇਸ ਮੁੱਦੇ ਦੇ ਉੱਪਰ ਕਿਸਾਨਾਂ ਦੇ ਨਾਲ ਖੜੇ ਹੋਈਏ, ਕਿਸਾਨਾਂ ਦਾ ਸਾਥ ਦਈਏ ਤੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰ ਸਕੀਏ ਤੇ ਅਸੀਂ ਸੰਗਠਿਤ ਹੋ ਕੇ ਇਸ ਕਿਸਾਨ ਅੰਦੋਲਨ ਦਾ ਇੰਨਾ ਕੁ ਸਾਥ ਸਾਰੇ ਜ਼ਰੂਰ ਦਈਏ ਕਿ ਜਿਹੜੇ ਕਿਸਾਨ ਨੇ
ਉਹਨਾਂ ਨੂੰ ਸੌਖੇ ਸ਼ਬਦਾਂ ਦੇ ਵਿੱਚ ਇਹਦੇ ਪ੍ਰਭਾਵਾਂ ਦੀ ਔਰ ਮਾਰੂ ਪ੍ਰਭਾਵ ਜਿਹੜੇ ਨੇ ਉਹਨਾਂ ਦੀ ਸਮਝ ਪੈ ਸਕੇ ਤੇ ਇੱਕ ਐਸਾ ਕਹਿ ਸਕਦੇ ਹੋ ਕਿ ਸੰਘਰਸ਼ ਜਾਂ ਮੁਹਾਜ ਸਿਰਜਿਆ ਜਾਵੇ ਕਿ ਸਰਕਾਰ ਜਿਹੜੀ ਹੈ ਉਹ ਆਪਣੇ ਫੈਸਲਿਆਂ ਨੂੰ ਵਾਪਸ ਲੈਣ ਦੇ ਵਿੱਚ ਮਜਬੂਰ ਹੋ ਜਾਵੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ, ਪਿਆਰ ਸਹਿਤ ਆਖਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।